उलझने बढ़ती गई, मैं झेलता रहा। वक्त ने मैदान में उतारा, मैं खेलता रहा। उलझने बढ़ती गई, मैं झेलता रहा। वक्त ने मैदान में उतारा, मैं खेलता रहा। लोग कहने लगे तू पागल हो जाएगा, मैं सुनता रहा। लोगों की बातों को मन में दबाए अपने सपने बुनता रहा। लेकिन कैसे बताऊं इन लोगों को कि जब वक्त बदलेगा तो मैं नहीं, मेरा विश्वास बदलेगा। फिर ये पागल इन लोगों को नहीं, पूरा इतिहास बदलेगा। चक्की में बनी शुद्ध आटे की परंपरा को हमने निखारा है गुणवत्ता और पोषण से। अब हर घर में होगी सेहत और स्वाद जब बनेगी रोटियां KCL ऑर्गेनिक्स घराट आटे के साथ। आओ हुण आपां तुहानूं मिलाउने आ हिंदुस्तान दी शान ਅਤੇ ਮਾਨਸਾ ਜ਼ਿਲ੍ਹੇ ਦਾ ਮਾਣ ਓਲੰਪੀਅਨ ਸਵਰਨ ਸਿੰਘ ਵਿਰਕ ਅਤੇ ਸੂਬੇਦਾਰ ਮੇਜਰ ਸਵਰਨ ਸਿੰਘ ਵਿਰਕ ਜੀਆਂ ਦੇ ਨਾਲ। ਵਿਰਕ ਸਾਹਿਬ, MM ਨਿਊਜ਼ ਮਾਨਸਾ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। MM ਨਿਊਜ਼ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਕਿ ਸਾਡੇ ਵਿਹੜੇ ਦੇ ਵਿੱਚ ਪੁੱਜੇ ਨੇ ਤੇ ਦਰਸ਼ਕਾਂ ਦੇ ਰੂਬਰੂ ਹੋਣ ਦਾ ਮੌਕਾ ਦੇ ਰਹੇ ਨੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਵਿਰਕ ਸਾਹਿਬ, ਅਸੀਂ ਜਾਣਨਾ ਚਾਹੁੰਦੇ ਹਾਂ ਕਿ ਬਚਪਨ ਦੇ ਵਿੱਚ ਹੀ ਤੁਹਾਡੀ ਖੇਡਾਂ ਪ੍ਰਤੀ ਰੁਚੀ ਸੀ ਜਾਂ ਕੋਈ ਇਹੋ ਜਿਹਾ ਇਨਸੀਡੈਂਟ ਵਰਤਿਆ ਜਿਸ ਤੋਂ ਬਾਅਦ ਤੁਹਾਨੂੰ ਖੇਡਾਂ ਦੇ ਵਿੱਚ ਹੋਰ ਰੁਚੀ ਪੈਦਾ ਹੋਈ? ਖੇਡਾਂ ਦੇ ਵਿੱਚ ਤਾਂ ਰੁਚੀ ਤਾਂ ਨਹੀਂ ਸੀ ਜੀ, ਪਰ ਇਹ ਛੋਟੇ ਬਚਪਨ ਦੇ ਵਿੱਚ ਹੁੰਦਾ ਹੈ ਕਿ ਬੱਚਾ ਖੇਡਾਂ ਵੱਲ ਜ਼ਿਆਦਾ ਪ੍ਰਭਾਵਿਤ ਹੁੰਦਾ ਹੈਗਾ। ਅਸੀਂ ਨਾਰਮਲ ਪੜ੍ਹਦੇ ਟਾਈਮ ਵਾਲੀਬਾਲ ਖੇਡਣ ਦਾ ਸ਼ੌਂਕ ਸੀ। ਘਰ ਦੇ ਵਿੱਚ ਘੋੜੀ ਰੱਖੀ ਹੋਈ ਸੀ। ਉਸ ਟਾਈਮ ਦੇ ਵਿੱਚ ਘੋੜੀ ਦੇ ਨਾਲ ਦੌੜ ਲਵਾ ਕੇ ਆਉਂਦੇ ਅਤੇ ਉਸੇ ਉਹਨਾਂ ਪੈਰੀ ਘੋੜੀ ਬੰਨ੍ਹ ਕੇ ਉਹਨੇ ਪੈਰੀ ਪੁੱਠੇ ਮੁੜ ਕੇ ਅਤੇ ਸਕੂਲ ਦੇ ਵਿੱਚ ਸਾਡੇ ਵਾਲੀਬਾਲ ਖੇਡਾਉਂਦੇ ਹੁੰਦੇ ਜੀ। ਕੋਚ ਸੀਗੇ ਬਲਕਰਨ ਸਿੰਘ ਜੀ, ਪਿੰਡ ਦੇ ਹੀ ਨੇ। ਉਹ ਸਾਨੂੰ ਵਾਲੀਬਾਲ ਸਿਖਾਉਂਦੇ ਅਤੇ ਉੱਥੋਂ ਹੀ ਬਸ ਖੇਡਾਂ ਵੱਲ ਚਟਕ ਲੱਗ ਗਈ। ਉਸ ਪੱਖ ਤੋਂ ਕਦੇ ਘਰ ਦੇ ਨੇ ਕੁੱਟ ਵੀ ਖਾਧੀ, ਕਦੇ ਲੇਟ ਹੋ ਜਾਂਦੇ ਉੱਥੇ ਤਾਂ ਉੱਥੇ ਉਹਨਾਂ ਤੋਂ ਮਾਰ ਖਾਣੀ ਪੈਂਦੀ ਵੀ ਤੁਸੀਂ ਲੇਟ ਕਿਉਂ ਹੋ ਗਏ ਨਾ। ਬਸ ਉਹ ਚੀਜ਼ ਸੀ ਜ਼ਹਿਨ ਦੇ ਵਿੱਚ, ਪਰ ਇਸ ਖੇਡ ਬਾਰੇ ਕੁਝ ਪਤਾ ਨਹੀਂ ਸੀ ਕਿ ਇਹ ਖੇਡ ਕੀ ਹੈ। ਕਈ ਵਾਰੀ ਮਾਤਾ ਜੀ ਤੋਂ ਵੀ ਕੁੱਟ ਖਾਧੀ ਹੋਣੀ ਹੈ। ਹਾਂਜੀ, ਘਰੇ ਸ਼ਰਾਰਤਾਂ ਕਰਨ ਲਈ। ਹਾਂਜੀ ਹਾਂਜੀ, ਬਹੁਤ ਵਾਰੀ। ਮਾਤਾ ਜੀ, ਪਹਿਲਾਂ ਵਾਲੇ ਸਵਰਨ ਸਿੰਘ ਵਿਰਕ ਜੋ ਬਚਪਨ ਦਾ ਸਵਰਨ ਸਿੰਘ ਵਿਰਕ ਸੀ, ਤੁਹਾਡਾ ਤਾਂ ਸਵਰਨਾ ਹੋਊ, ਘਰ ਦਾ ਨਾਮ ਕੀ ਸੀ ਇਹਨਾਂ ਦਾ? ਆਪਣਾ ਤਾਂ ਮੈਂ ਛੋਟਾ ਹੀ ਰੱਖਿਆ ਸੀ। ਛੋਟਾ? ਹਾਂਜੀ, ਪੋਪੀ ਕਹਿੰਦੇ। ਪੋਪੀ? ਪੋਪੀ ਹਾਂ, ਪੋਪੀ ਕਹਿੰਦੇ ਸੀ। ਪੋਪੀ ਤੇ ਸਵਰਨ ਸਿੰਘ ਵਿਰਕ ਦੇ ਵਿੱਚ ਕੀ ਫਰਕ ਹੈ? ਛੋਟਾ ਨਿੱਕਾ ਨਾਂ ਰੱਖਦੇ ਘਰਾਂ 'ਚ ਬੱਚੇ ਦਾ ਛੋਟਾ। ਨਹੀਂ, ਹੁਣ ਸਵਰਨ ਸਿੰਘ ਵਿਰਕ ਹਿੰਦੁਸਤਾਨ ਦੀ ਸ਼ਾਨ ਹੈ। ਪੂਰੀ ਦੁਨੀਆ ਦੇ ਵਿੱਚ ਇਸਨੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ, ਹਿੰਦੁਸਤਾਨ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਚਮਕਾਇਆ। ਹੁਣ ਦੇ ਉਦੋਂ ਦੇ ਪੋਪੀ ਤੇ ਹੁਣ ਦੇ ਸਵਰਨ ਦੇ ਵਿੱਚ ਕੀ ਫਰਕ ਹੈ ਸੁਭਾਅ ਦੇ ਵਿੱਚ? ਇਹਦਾ ਫਰਕ ਬਹੁਤ ਹੈ। ਕੀ ਫਰਕ ਹੈ ਬੇਬੇ? ਕਿ ਵੀ ਹੁਣ ਆਪਦਾ ਉਹਦੇ ਤੇ ਵੱਧ ਗਿਆ ਏਡਾ ਤੇ ਨਾਂ ਸਵਰਨ ਸਿੰਘ ਸਾਥ ਨੇ ਰੇਤੇ ਰਕਵਾਜ ਮਾਰਦਾ ਹੁਣ ਸਵਰਨੀ ਨੇ, ਅਸੀਂ ਸਵਰਨੀ ਨੇ। ਬੇਬੇ, ਜਦੋਂ ਮਾਤਾ ਜੀ ਪਹਿਲਾਂ ਪੋਜੀਸ਼ਨ ਆਪਣਾ ਇਕੱਲਾ ਸਵਰਨ ਸੀ, ਹਾਂਜੀ, ਉਦੋਂ ਲੋਕਾਂ ਦਾ ਨਜ਼ਰੀਆ ਆਪਣੇ ਪ੍ਰਤੀ ਕੀ ਸੀ ਤੇ ਹੁਣ ਲੋਕਾਂ ਦਾ ਨਜ਼ਰੀਆ ਜਦੋਂ ਸੂਬੇਦਾਰ ਮੇਜਰ ਸਵਰਨ ਸਿੰਘ ਵਿਰਕ ਓਲੰਪੀਅਨ ਹਿੰਦੁਸਤਾਨ ਦਾ ਸਪੋਰਟਸ ਦਾ ਐਡਾ ਵੱਡਾ ਸਿਤਾਰਾ ਆਪਣੇ ਘਰੇ ਹੈ, ਹੁਣ ਲੋਕਾਂ ਦਾ ਆਪਣੇ ਪ੍ਰਤੀ ਨਜ਼ਰੀਆ ਕੀ ਹੈ? ਹੁਣ ਤਾਂ ਨਜ਼ਰੀਆ ਲੋਕਾਂ ਦਾ ਬਹੁਤ ਹੈ। ਪਹਿਲਾਂ ਨਹੀਂ ਸਾਡੇ ਵੱਲ ਪਹੁੰਚਾ ਦਾ ਪਾਸਾ ਕਰਕੇ ਲੰਘ ਜਾਂਦੇ ਸੀ। ਹੁਣ ਤਾਂ ਸਵਰਨ ਸਿੰਘ ਕਰਦੇ ਨੇ ਪਿੰਡ। ਮੈਨੂੰ ਜਿੱਥੋਂ ਤੱਕ ਜਾਣਕਾਰੀ ਮਿਲੀ ਹੈ, ਸਵਰਨ ਸਿੰਘ ਜੀ ਆਪਦੇ ਮੂੰਹੋਂ ਹੀ ਦੱਸਣਗੇ ਕਿ ਆਪਾਂ ਬਹੁਤ ਮਾੜੇ ਦੌਰ ਦੇ ਵਿੱਚ ਗੁਜ਼ਰੇ ਹਾਂ। ਸਾਨੂੰ ਉਸ ਮਾੜੇ ਦੌਰ ਬਾਰੇ ਵੀ ਚਾਨਣਾ ਕਰਵਾਇਆ ਜਾਵੇ। ਮਾੜਾ ਦੌਰ ਕਹੇ ਜਿਹਾ ਸੀ ਤੇ ਅੱਜ ਦਾ ਦੌਰ ਕਹੇ ਜਿਹਾ? ਇੱਕ ਤਾਂ ਜੀ ਸਾਡਾ ਪਿੰਡ ਹੈ ਜਿਹੜਾ ਉਹ ਪਾਣੀ ਦੇ ਬਿਲਕੁਲ ਟੇਲਾਂ 'ਤੇ ਆ ਜਾਂਦਾ ਗਾ। ਉੱਦਾਂ ਵੀ ਰੇਤਲੇ ਟਿੱਬੇ ਸੀ ਸਾਡੇ। ਹੁਣ ਅਸੀਂ ਕਰਾਹ ਕਰੂ ਕਰਕੇ ਪੱਧਰ ਕਰਕੇ ਕਈਆਂ ਨਾਲ ਮਿੱਟੀ ਚੱਕ ਕੇ ਅਸੀਂ ਉਹਦੀ ਜ਼ਮੀਨ ਜਿਹੜੀ ਵਾਹੀ ਜੋਗ ਕੀਤੀ ਸੀ। ਪਹਿਲਾਂ ਹਾਲਾਤ ਇੱਦਾਂ ਦੇ ਸੀ ਕਿ ਮਾਰੂ ਚਾਹ ਵੀ ਪੀਤੀ ਹੈ ਜੀ, ਇੱਕ ਟਾਈਮ ਚੌਲ ਬਣਾ ਲੈਣੇ, ਇੱਕ ਟਾਈਮ ਰੋਟੀ ਖਾ ਲੈਣੀ। ਮਤਲਬ ਬਹੁਤ ਮੇਰੇ ਮਾਤਾ ਜੀ, ਮੇਰੇ ਫਾਦਰ ਸਾਹਿਬ ਇਸ ਚੀਜ਼ ਬਾਰੇ ਬੋਲਦੇ ਨੇ ਤਾਂ ਉਹਨਾਂ ਦਾ ਅੱਖਾਂ 'ਚੋਂ ਹੰਝੂ ਆ ਜਾਂਦੇ ਨੇ। ਮਾਤਾ ਤੋਂ ਵੀ ਨਹੀਂ ਬੋਲਿਆ ਜਾਂਦਾ ਉਹਨਾਂ ਨੂੰ, ਕਿਉਂਕਿ ਉਹ ਮਾੜਾ ਦੌਰ ਹੈ, ਉਹ ਹੰਢਾਇਆ ਹੋਇਆ। ਪਰ ਮੇਰੀ ਮਾਤਾ ਜਿਹੜੀ ਪਿੱਛੋਂ ਸੀ, ਮੇਰੇ ਨਾਨਕੇ ਪਰਿਵਾਰ ਬਹੁਤ ਸੌਖੇ ਪਰਿਵਾਰ ਦੀ ਸੀ। ਕਦੇ ਇਹਨਾਂ ਨੇ ਆ ਕੇ ਇੱਥੇ ਨਰਮਾ ਵੀ ਨਹੀਂ ਚੁਗਿਆ ਸੀਗਾ ਜੀ। ਉਹ ਨਰਮਾ ਕੇ ਦੇਖਿਆ ਨਹੀਂ ਸੀਗਾ। ਮੇਰੀ ਮਾਤਾ ਜੀ ਪਿੱਛੋਂ ਸ਼ਾਹਵਤ ਮਾਰਕੰਡੇ ਤੋਂ ਨੇ, ਉੱਥੇ ਸੂਰਜਮੁਖੀ
ਝੋਨਾ ਤੇ ਆਲੂ ਹੁੰਦੇ ਨੇ। ਆਪਣੇ ਕੀ ਹੈ ਮਾਲਵਾ ਬੈਲਟ ਦੇ ਵਿੱਚ ਨਰਮਾ ਵੀ ਹੁੰਦਾ ਗਾ, ਕਣਕ ਵੀ ਕਣਕ ਵੀ ਹੁੰਦੀ ਹੈ ਜੀ। ਤੇ ਪਹਿਲਾਂ ਚਲੋ ਫਸਲ ਚੰਗੀ ਛੋਲੇ ਹੁੰਦੇ ਸੀਗੇ, ਹੁਣ ਦੌਰ ਬਦਲ ਗਿਆ ਜੀ। ਸੋ ਮਾਤਾ ਨੇ ਕਦੇ ਗੋਹਾ ਨਹੀਂ ਸਿੱਟਿਆ ਸੀ ਉੱਥੇ ਆਪਦੇ ਪੇਕੇ ਘਰ ਹੀ, ਇੱਥੇ ਆ ਕੇ ਸਾਰੇ ਕੰਮ ਕਰੇ ਨੇ। ਤਾਂ ਜਦੋਂ ਮਾਤਾ ਕਹਿੰਦੀ ਵੀ ਜਦੋਂ ਮੈਂ ਇਹ ਕੰਮ ਕਰ ਸਕਦਾ ਤੁਹਾਨੂੰ ਕੀ ਹੋਇਆ ਨਾ। ਸੋ ਅਸੀਂ ਦੋ ਭਰਾ ਜੀ, ਦੋਵੇਂ ਭਰਾਵਾਂ ਨੇ ਅਸੀਂ ਵਾਰੀ ਵੱਟੀ ਸਾਡੇ ਬੰਨ੍ਹ ਦਿੰਦੇ, ਅਸੀਂ ਆਪਣਾ ਪਸ਼ੂ ਚਾਰਨ ਜਾਂਦੇ ਜੀ, ਕੰਮ ਕਰਦੇ ਵਾਰੀ ਮਤਲਬ ਵੰਡ ਕੇ ਕਰਦੇ। ਇੱਕ ਦਿਨ ਮੈਂ ਕਰਦਾ, ਇੱਕ ਦਿਨ ਉਹ ਕਰਦਾ, ਇੱਕ ਦਿਨ ਮੈਂ, ਪਰ ਮੈਂ ਕਦੇ ਕੰਮ ਚੋਰ ਸੀ ਕਦੇ। ਅੱਜ ਵੀ ਕਦੇ ਉਸ ਮਾੜੇ ਦਿਨਾਂ ਨੂੰ ਯਾਦ ਕਰਕੇ ਅੱਖਾਂ ਵਿੱਚ ਹੰਝੂ ਆ ਜਾਂਦੇ? ਫੀਲ ਹੁੰਦਾ ਜੀ, ਜਿਨ੍ਹਾਂ ਨੇ ਹੰਢਾਇਆ ਹੈਗਾ, ਮਾਤਾ ਪਿਤਾ ਨੇ ਹੰਢਾਇਆ, ਇਹਨਾਂ ਦੇ ਅੱਖਾਂ 'ਚ ਹੰਝੂ ਆ ਜਾਂਦੇ ਨੇ। ਅਸੀਂ ਉਹ ਚੀਜ਼ ਉਦੋਂ ਬਚਪਨ ਸੀ, ਉਦੋਂ ਸਾਨੂੰ ਨਹੀਂ ਫੀਲ ਹੁੰਦਾ ਸੀ ਨਾ, ਪਰ ਮਾਂ ਪਿਓ ਨੇ ਜਿੰਨਾ ਕੁ ਸਾਨੂੰ ਮਤਲਬ ਕਿ ਮਾਂ ਪਿਓ ਹਰ ਇੱਕ ਦਾ ਇਹੀ ਚਾਹੁੰਦਾ ਕਿ ਮੈਂ ਆਪਦੇ ਬੱਚੇ ਨੂੰ ਵੱਧ ਤੋਂ ਵੱਧ ਚੰਗਾ ਦੇਵਾਂ, ਚੰਗਾ ਖਾਣ ਨੂੰ ਦੇਵਾਂ, ਚੰਗਾ ਪਹਿਨਣ ਨੂੰ ਦੇਵਾਂ ਜੀ। ਪਰ ਜਿੱਦਾਂ ਦਾ ਵੀ ਸੀ ਉਹ ਦੌਰ ਸੀ, ਉਹ ਉਸ ਟਾਈਮ ਦੇ ਨਾਲ ਅਸੀਂ ਬਹੁਤ ਖੁਸ਼ ਸੀਗੇ ਜੀ। ਪਰਿਵਾਰ ਦੇ ਵਿੱਚ ਗਰੀਬੀ ਜ਼ਰੂਰ ਸੀ, ਪਰੰਤੂ ਜਜ਼ਬਾ ਵੀ ਸੀ। ਜਜ਼ਬਾ ਵੀ ਸੀ। ਸਭ ਤੋਂ ਜ਼ਿਆਦਾ ਜਜ਼ਬਾ ਮੇਰੇ ਬ੍ਰਦਰ ਦਾ ਸੀਗਾ ਜੀ। ਮੇਰੇ ਜਿਹੜੇ ਭਰਾ ਨੇ ਉਹ ਜਦੋਂ ਭਰਤੀ ਹੋਏ ਪੰਜਾਬ ਪੁਲਿਸ ਦੇ ਵਿੱਚ, ਫਿਰ ਥੋੜ੍ਹੀ ਜਿਹੀ ਸਾਡੇ ਘਰ ਦੀ ਆਰਥਿਕ ਹਾਲਤ ਥੋੜ੍ਹੀ ਜਿਹੀ ਠੀਕ ਹੋਈ। ਨਹੀਂ ਉਹ ਦੌਰ ਅਸੀਂ ਬਲਦਾਂ ਨਾਲ ਖੇਤੀ ਵੀ ਕੀਤੀ ਹੈ ਜੀ, ਸਾਰੇ ਕੰਮ ਕੀਤੇ ਨੇ। ਫਾਦਰ ਸਾਹਿਬ ਦੇ ਸੀਗੇ, ਇੱਕ ਕਈ ਮਿਲੀ ਸੀ ਉਹਨਾਂ ਨੂੰ ਜਦੋਂ ਉਹ ਅੱਡ ਹੋਏ ਸੀਗੇ। ਅਤੇ ਘਰ ਮੈਂ ਉਦੋਂ 2 ਸਾਲ ਦਾ ਜਦੋਂ ਘਰ ਪਾਇਆ ਜੀ, ਅਤੇ ਬਸ ਉਹ ਦੌਰ ਦੇ ਵਿੱਚੋਂ ਗੁਜ਼ਰਦੇ ਹੀ ਫਿਰ ਝਟਕ ਲੱਗੀ ਕਿ ਇੱਧਰ ਮੈਂ ਤਾਂ ਸ਼ੁਰੂ ਤੋਂ ਹੀ ਸੋਚਿਆ ਸੀ ਕਿ ਮੈਂ ਫੌਜ ਦੇ ਵਿੱਚ ਜਾਣਾ। ਸਭ ਤੋਂ ਪਹਿਲੀ ਵਾਰੀ ਤੁਹਾਨੂੰ ਖੇਡਣ ਦਾ ਮੌਕਾ ਕਦੋਂ ਮਿਲਿਆ? ਸਭ ਤੋਂ ਪਹਿਲੀ ਵਾਰੀ ਮੈਨੂੰ ਪਿੰਡ ਤੋਂ ਉੱਪਰ ਉੱਠ ਕੇ? ਪਿੰਡ ਲੈਵਲ ਦੇ ਵਿੱਚ ਡਿਸਟ੍ਰਿਕਟ ਲੈਵਲ 'ਤੇ ਖੇਡਣ ਦਾ ਮੌਕਾ ਮਿਲਿਆ। ਵਾਲੀਬਾਲ ਹੀ ਮਾਨਸਾ ਗਾਂਧੀ ਸਕੂਲ ਦੇ ਵਿੱਚ ਹੋਈ ਸੀ ਵਾਲੀਬਾਲ ਹੀ। ਬਸ ਉਹ ਇੱਕ ਕੰਪੀਟੀਸ਼ਨ ਖੇਡਿਆ, ਸਾਡਾ ਮੈਚ ਪੈ ਗਿਆ ਝੰਡੂ ਕੀ ਟੀਮ ਦੇ ਨਾਲ। ਝੰਡੂ ਕੀ ਟੀਮ ਬਹੁਤ ਸਟਰੋਂਗ ਸੀ, ਅਸੀਂ ਉਹਨਾਂ ਤੋਂ ਹਾਰ ਗਏ। ਬਸ ਉਸ ਤੋਂ ਉੱਪਰ ਮੈਨੂੰ ਕਿਸੇ ਹੋਰ ਲੈਵਲ 'ਤੇ ਖੇਡਣ ਦਾ ਮੌਕਾ ਨਹੀਂ ਮਿਲਿਆ ਸੀ। ਫਿਰ ਵਾਲੀਬਾਲ ਤੋਂ ਲੈ ਕੇ ਕਿਸ਼ਤੀ ਚਾਲਕ ਦਾ ਸਫ਼ਰ ਕਿਵੇਂ ਸ਼ੁਰੂ ਹੋਇਆ ਤੁਹਾਡਾ? ਮੈਂ ਤੁਹਾਡੇ ਨਾਲ ਵੀ ਗੱਲ ਸ਼ੇਅਰ ਕਰਦਾ ਕਿ ਮੇਰਾ ਇੱਕ ਬਚਪਨ ਦੀ ਚੇਟਕ ਸੀ ਕਿ ਮੈਂ ਫੌਜ ਦੇ ਵਿੱਚ ਭਰਤੀ ਹੋਵਾਂ। ਪਰ ਜਦੋਂ ਵੱਡੇ ਹੋਏ ਹਾਲਾਤਾਂ ਦਾ ਪਤਾ ਲੱਗਿਆ ਕਿ ਇੱਕ ਫੌਜ ਹੀ ਇਹੋ ਜਿਹਾ ਅਦਾਰਾ ਹੈ ਜਿਹਦੇ ਵਿੱਚ ਮੈਂ ਜਾ ਸਕਦਾ, ਜਿਹਦੇ ਮੈਨੂੰ ਉੱਠ ਸਕਦੀ ਹੈ। ਉਸ ਤੋਂ ਪਹਿਲਾਂ ਸਾਡੇ ਪਰਿਵਾਰ ਦੇ ਵਿੱਚ ਸਿਰਫ ਇੱਕ ਸਾਈਕਲ ਹੀ ਸਾਡੇ ਕੋਲ, ਹੋਰ ਕੋਈ ਮੋਟਰ ਗੱਡੀ ਮੋਟਰਸਾਈਕਲ ਕੁਛ ਨਹੀਂ ਸੀ। ਭਰਾ ਦੇ ਭਰਤੀ ਹੋਣ ਤੋਂ ਬਾਅਦ ਫਿਰ ਮੇਰੇ ਵੀ ਮਨ 'ਚ ਆਇਆ ਕਿ ਮੈਂ ਵੀ ਭਰਤੀ ਹੋਵਾਂ। ਮੈਂ ਫੌਜ ਦੇ ਵਿੱਚ ਭਰਤੀ ਹੋਇਆ 2008 ਦੇ ਵਿੱਚ ਹੀ। 9 ਦੇ ਵਿੱਚ ਮੇਰੀ ਆਰਡੀ ਪਰੇਡ ਦੇ ਵਿੱਚ ਸਿਲੈਕਸ਼ਨ ਹੋ ਗਈ, ਔਰ 9 ਦੇ ਵਿੱਚ ਹੀ ਮੈਨੂੰ ਇਸ ਖੇਡ ਵਾਲੇ ਪਾਸੇ ਬਾਇਓਡਰ ਭੇਜਤਾ ਫੌਜ ਨੇ। ਫੌਜ ਦੇ ਵਿੱਚ ਹੁੰਦਾ ਗਾ, ਇੱਕ ਤਾਂ ਹੁੰਦਾ ਇੰਟਰਸਟ ਨਾਲ ਕੰਮ ਕਰਨਾ, ਇਸ ਖੇਡ ਬਾਰੇ ਅਸੀਂ ਜਾਣਦੇ ਨਹੀਂ ਸੀ। ਇਸ ਖੇਡ ਵਾਲੇ ਇੱਕ ਹੁੰਦਾ ਬਾਇਓਡਰ ਹੀ ਕਿ ਤੂੰ ਇਹ ਕੰਮ ਕਰੇਗਾ, ਮੈਨੂੰ ਨਹੀਂ ਪਤਾ ਕਿਵੇਂ ਕਰਨਾ। ਵੀ ਫੌਜ ਦੀ ਡਿਊਟੀ ਲਗਾ ਦੇ? ਬਸ ਡਿਊਟੀ ਲਗਾ ਦਿੱਤੀ। ਡਿਊਟੀ ਲਗਾਈ। ਡਿਊਟੀ ਤੁਹਾਡੇ ਲਈ ਮੌਕੇ 'ਚ ਤਬਦੀਲ ਹੋ ਗਈ? ਬਿਲਕੁਲ ਜੀ, ਬਿਲਕੁਲ। ਫਿਰ ਉਹ ਸਫ਼ਰ ਕਿੱਦਾਂ ਸ਼ੁਰੂ ਹੋਇਆ? ਮੈਨੂੰ ਖੁਦ ਨੂੰ ਨਹੀਂ ਪਤਾ ਸੀ ਕਿ ਮੇਰੇ ਅੰਦਰ ਇੰਨੀ ਪਾਵਰ ਹੈਗੀ, ਕਿਉਂਕਿ ਮੈਂ ਇੰਡੀਆ ਦਾ ਰਿਕਾਰਡ ਕਾਇਮ ਕੀਤਾ, ਨੈਸ਼ਨਲ ਰਿਕਾਰਡ ਕਾਇਮ ਕੀਤਾ ਉੱਥੇ ਜਾ ਕੇ 2-3 ਮਹੀਨਿਆਂ ਦੇ। ਕਿੰਨੇ ਸਾਲ 'ਚ ਸਨ? 2009 ਦੇ ਵਿੱਚ। 2009 ਦੇ ਵਿੱਚ ਤੁਸੀਂ ਇੰਡੀਅਨ ਟੀਮ ਦੇ ਵਿੱਚ ਰਿਕਾਰਡ ਪੈਦਾ ਕੀਤਾ ਫੌਜ ਵੱਲੋਂ? ਜੋ ਫੌਜ ਦੇ ਵਿੱਚ ਰਹਿ ਕੇ ਜਿਹੜੇ ਇੰਡੀਆ ਟੀਮ ਦਾ ਇੱਕ ਰਿਕਾਰਡ ਸੀ 6:40 ਟਾਈਮ ਜਿਹੜਾ, ਉਹ ਤੁਸੀਂ ਉਹ ਮੈਂ ਤੋੜਿਆ? ਅਚੀਵ ਕਰਤਾ। ਤੁਸੀਂ ਅਜੀਬ। ਫਿਰ ਉਸ ਤੋਂ ਬਾਅਦ ਮੈਂ ਹੌਲੀ ਹੌਲੀ ਕਲੋਜ਼ ਕਰਦਾ ਗਿਆ ਟਾਈਮ ਹੀ। ਫਿਰ ਮੇਰਾ ਜਿਹੜਾ ਬੈਸਟ ਟਾਈਮ ਸੀ ਆਰਮੀ ਦੇ ਅੰਡਰ, ਉਹ ਬੈਸਟ ਹੋ ਗਿਆ ਜੀ 6:19। ਫਿਰ ਮੈਂ ਇੰਡੀਆ ਕੈਂਪ ਦੇ ਵਿੱਚ ਚਲਾ ਗਿਆ। ਇੰਡੀਆ ਕੈਂਪ ਦੇ ਵਿੱਚ ਫਿਰ ਮੈਂ ਜਾ ਕੇ ਉਹ ਬੈਸਟ ਟਾਈਮ ਦਿੱਤਾ 2012 ਦੇ ਵਿੱਚ ਜੀ 6:14। ਉਹ ਹੁਣ ਤੱਕ ਮੇਰੇ ਨਾਮ ਤੇ ਰਿਕਾਰਡ ਰਿਹਾ ਜੀ। ਹੁਣ ਫਿਰ ਤੁਹਾਡੀ ਇੰਡੀਆ ਟੀਮ 'ਚ ਸਿਲੈਕਸ਼ਨ ਹੋ ਗਈ? ਹਾਂਜੀ। ਐਜ਼ ਏ ਓਲੰਪਿਕ ਦੇ ਵਿੱਚ ਹਿੱਸਾ ਲੈ? ਮੈਂ ਅਸਲ ਮੇਰੀ ਜਿਹੜੀ ਸਿਲੈਕਸ਼ਨ ਹੋਈ ਆ ਨੈਸ਼ਨਲ ਗੇਮਾਂ ਮੈਂ ਖੇਡਿਆ ਜੀ, ਆਰਮੀ ਵੱਲੋਂ ਸਰਵਿਸ ਵੱਲੋਂ ਖੇਡ ਕੇ ਮੈਂ ਝਾਰਖੰਡ ਦੇ ਵਿੱਚ ਮੈਡਲ ਲੈ ਕੇ, 골ਡ ਮੈਡਲ ਲੈ ਕੇ ਫਿਰ ਜਾ ਕੇ ਮੇਰਾ ਇੰਡੀਆ ਟੀਮ ਦੀ ਸਿਲੈਕਸ਼ਨ ਹੋਈ। 2011 ਦੇ ਵਿੱਚ ਮੈਂ ਖੇਡਿਆ ਨੈਸ਼ਨਲ। 2011 ਦੇ ਵਿੱਚ ਹੀ ਫਿਰ ਮੈਨੂੰ ਇੰਡੀਆ ਟੀਮ ਦੇ ਵਿੱਚ ਸਿਲੈਕਸ਼ਨ ਹੋਈ। 2011 ਦੇ ਵਿੱਚ ਫਿਰ ਮੈਂ ਵਿਸ਼ਵ ਰੋਇੰਗ ਚੈਂਪੀਅਨਸ਼ਿਪ ਖੇਡਿਆ ਜੀ, ਜਿਸ 'ਚੋਂ ਮੈਂ 17ਵਾਂ ਸਥਾਨ ਹਾਸਲ ਕੀਤਾ, ਜਿਹੜਾ ਕਿ ਅੱਜ ਤੱਕ ਕਿਸੇ ਇੰਡੀਅਨ ਪਲੇਅਰ ਦਾ ਨਹੀਂ ਸੀ। ਫਿਰ 2011 ਦੇ ਵਿੱਚ ਹੀ ਮੈਂ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਖੇਡਿਆ ਜੀ, ਜਿਹਦੇ ਵਿੱਚ ਮੇਰਾ ਇੱਕ ਬ੍ਰਾਊਨਜ਼ ਮੈਡਲ ਆਇਆ। ਉਸੇ ਬ੍ਰਾਊਨਜ਼ ਮੈਡਲ ਦੇ ਆਧਾਰ 'ਤੇ ਮੈਨੂੰ ਫੌਜ ਨੇ ਹੌਲਦਾਰ ਬਣਾਇਆ ਜੀ। ਫਿਰ ਮੇਰੇ ਅੰਦਰ ਤਮਾ ਵੀ ਵੱਧਦੀ ਗਈ, ਇੱਕ ਲਾਲਚ ਵੀ ਅੰਦਰ ਆਇਆ ਵੀ ਪ੍ਰਮੋਸ਼ਨ ਖੇਡ ਪ੍ਰਤੀ ਜਜ਼ਬਾ ਵੱਧਦਾ ਗਿਆ। ਪਹਿਲੀ ਵਾਰੀ ਤੁਸੀਂ ਵਿਦੇਸ਼ੀ ਸਫ਼ਰ ਕਦੋਂ ਕੀਤਾ? ਪਹਿਲੀ ਵਾਰੀ ਮੈਂ ਵਿਸ਼ਵ ਰੋਇੰਗ ਚੈਂਪੀਅਨਸ਼ਿਪ ਖੇਡਣ ਗਿਆ ਸੀ 2011 ਦੇ ਵਿੱਚ ਹੀ, ਜਦੋਂ ਐਜ਼ ਏ ਓਲੰਪਿਕ ਜੀ ਇੰਡੀਅਨ ਸਲੋਵੇਨੀਆ ਵਿਸ਼ਵ ਰੋਇੰਗ ਚੈਂਪੀਅਨਸ਼ਿਪ ਹੋਈ ਸੀ। ਬਲੈਡ ਸਲੋਵੇਨੀਆ ਛੋਟੀ ਜਿਹੀ ਕੰਟਰੀ ਹੈ ਜੀ, ਜਰਮਨ ਤੇ ਇਟਲੀ ਦੇ ਵਿਚਕਾਰ ਟੂਰਿਸਟ ਕੰਟਰੀ ਹੈ। ਪਰ ਮੈਨੂੰ ਨਹੀਂ ਸੀ ਪਤਾ ਕਿ ਇਹਦੇ ਜਹਾਜ਼ਾਂ 'ਤੇ ਵੀ ਚੜਾਂਗੇ, ਕਿਉਂਕਿ ਅਸੀਂ ਤਾਂ ਇੱਥੇ ਵੱਟਾਂ 'ਤੇ ਘਾਹ ਖੋਦਦੇ ਹੁੰਦੇ ਸੀਗੇ ਪਸ਼ੂਆਂ ਲਈ, ਅਤੇ ਆਪਦੇ ਖੇਤੀ ਦਾ ਕੰਮ ਜਿੰਨੀ ਕੁ ਜ਼ਮੀਨ ਸੀ ਉਹਦੇ ਆਪਦਾ ਗੁਜ਼ਾਰਾ ਕਰਦੇ ਸੀ। ਪਰ ਕਦੇ ਸੋਚਿਆ ਨਹੀਂ ਸੀ ਵੀ ਇਸ ਤੱਕ ਹੀ ਪਹੁੰਚਾਂਗੇ। ਵੀ ਕਦੇ ਜਹਾਜ਼ ਦਾ ਸਫ਼ਰ ਵੀ ਅਸੀਂ ਕਰਾਂ? ਬਿਲਕੁਲ ਕਦੇ ਨਹੀਂ ਸੋਚਿਆ ਸੀ। ਲੇਕਿਨ ਪਰਮਾਤਮਾ ਨੇ ਤੁਹਾਨੂੰ ਜਹਾਜ਼ ਦੇ ਸਫ਼ਰ ਇੱਕ ਵਾਰੀ ਨਹੀਂ, ਪਤਾ ਨਹੀਂ ਹੁਣ ਮਾਨਸਾ ਜ਼ਿਲ੍ਹੇ 'ਚ ਕਦੇ ਕਿਸੇ ਲੋਕਾਂ ਨੇ ਇੰਨਾ ਸਫ਼ਰ ਨਹੀਂ ਕੀਤਾ ਹੋਣਾ ਜਿੰਨਾ ਸਫ਼ਰ ਤੁਸੀਂ ਇਕੱਲਿਆਂ ਨੇ ਤੈਅ ਕਰ ਲਿਆ। ਬਿਲਕੁਲ ਜੀ, ਮੈਂ ਕਹਿੰਦਾ ਪਿੰਡ ਦੇ ਕੁਝ ਇੱਦਾਂ ਦੇ ਲੋਕ ਸੀਗੇ ਜਿਹੜੇ ਬਾਹਰ ਉਸ ਟਾਈਮ 'ਤੇ ਗਏ ਹੋਏ ਸੀ, ਕੋਈ ਕੈਨੇਡਾ ਗਿਆ ਸੀ, ਕਿੱਥੇ ਗਿਆ ਸੀ,
ਤਾਂ ਉਹ ਕਈ ਵਾਰੀ ਤਾਨਾ ਹੀ ਮਾਰਦੇ ਸੀ ਚੀਜ਼ ਦਾ। ਮੈਂ ਇਹੀ ਤੁਸੀਂ ਪੁੱਛਣਾ ਤਾਂ- ਚਾਹੁੰਦਾ ਵੀ ਤੁਹਾਨੂੰ ਲੋਕਾਂ ਦੇ ਤਾਨੇ ਮਿਹਣੇ ਵੀ ਸੁਣਨੇ ਪਏ ਹੋਣੇ ਮਾੜੇ ਟਾਈਮ 'ਚ। ਬਿਲਕੁਲ ਮੈਂ ਕਹਿੰਦਾ ਕਿ ਤਾਨੇ ਮਿਹਣੇ ਵੀ ਬੰਦੇ ਲਈ ਇੱਕ ਦਵਾ ਦਾ ਕੰਮ ਕਰਦੇ ਨੇ, ਕਿ ਦਵਾ ਦਾਰੂ ਦਾ ਕੰਮ ਕਰਦੇ ਨੇ ਉਹ, ਕਿਉਂਕਿ ਉਹ ਫਿਰ ਜਜ਼ਬਾ ਹੋਰ ਵਧਾ ਦਿੰਦੇ ਨੇ। ਮੇਰੀ ਮਾਂ ਤੁਹਾਡੇ ਨਾਲ ਬੈਠੀ ਆ, ਅੱਜ ਤੁਸੀਂ ਸ਼ਾਦੀशुदा ਵੀ ਹੋ। ਮਾਂ ਵਿਆਹ ਵੇਲੇ ਉਨਾ ਚਾਅ ਚੜਿਆ ਸੀ ਕਿ ਜਦੋਂ ਸਾਡਾ ਸਵਰਨ 올림픽ਨ ਖੇਡਣ ਗਿਆ ਸੀ ਉਦੋਂ ਚਾਅ ਚੜਿਆ ਸੀ। ਵੈਸੇ ਤਾਂ ਦੋਨੇ ਮੌਕੇ ਹੀ ਇਹੋ ਜਿਹੇ ਆ ਵੀ ਇਹਨਾਂ ਦੀ ਖੁਸ਼ੀ ਦਾ ਕੋਈ ਮੁਕਾਬਲਾ ਅਸੀਂ ਨਹੀਂ ਕਰ ਸਕਦੇ, ਪਰੰਤੂ ਉਦੋਂ ਸਾਡਾ ਦੁੱਲ੍ਹਾ ਸਾਡੇ ਦੇਸ਼ ਦਾ ਮਾਣ, ਸਾਡੀ ਮਾਨਸਾ ਦਾ ਮਾਣ ਦੇਸ਼ਾਂ ਵਿੱਚ ਧੂਮ ਪਾਉਣ ਲਈ ਗਿਆ ਸੀ। ਤੁਹਾਨੂੰ ਉਦੋਂ ਵੀ ਚਾਅ ਚੜਿਆ ਹੋਣਾ, ਹਾਂਜੀ ਅੱਜ ਵੀ ਚਾਅ ਚੜਿਆ। ਉਹ ਦੋਨੇ ਘੜੀਆਂ ਤੁਹਾਡੇ ਲਈ ਕਿਹੋ ਜਿਹੀਆਂ ਸੀ? ਬਹੁਤ ਵਧੀਆ, ਬਹੁਤ ਖੁਸ਼ੀ ਵਾਲੀਆਂ ਸੀ। ਕਈ ਵਾਰੀ ਤਾਂ ਖੁਸ਼ੀ ਦੇ ਸਮੇਂ ਵੀ ਅੱਖਾਂ 'ਚ ਹੰਝੂ ਆ ਜਾਂਦੇ ਨੇ, ਆਏ ਹੋਣੇ ਆਪਣੀ। ਜਦੋਂ ਉਹ ਕੱਟੀ ਹੋਏ ਆਪੇ ਹੀ ਆਉਂਦੇ ਨੇ, ਜਦੋਂ ਦੇਖ ਕੇ ਮਨ ਵਿੱਚੋਂ ਪੈਂਦਾ। ਤਾਂ ਬਹੁਤ ਖੁਸ਼ ਹਾਂ, ਮਹਾਰਾਜ ਦਾ ਖੁਸ਼ ਰੱਖਿਆ, ਬਹੁਤ ਖੁਸ਼ੀ ਦੀ। ਨਹੀਂ, ਸਾਨੂੰ ਮਾਣ ਹੈ ਵੀ ਜਿਸ ਤਰ੍ਹਾਂ ਸਵਰਨ ਸਿੰਘ ਜੀਆਂ ਨੇ ਆਪਣੀ ਸਖਤ ਮਿਹਨਤ ਦੇ ਨਾਲ ਆਪਣਾ ਖੁਦ ਮਕਾਨ ਹਾਸਿਲ ਕੀਤਾ ਹੈ, ਇਹਨਾਂ ਨੂੰ ਦੇਖ ਕੇ ਹੋਰ ਵੀ ਸਾਡੇ ਇਲਾਕੇ ਦੇ ਮੁੰਡੇ, ਪਿੰਡ ਦੇ ਇਲਾਕੇ ਦੇ ਮੁੰਡਿਆਂ ਲਈ ਇਹ ਇੱਕ ਆਦਰਸ਼ ਨੇ। ਇਹਨਾਂ ਨੂੰ ਦੇਖ ਕੇ ਮੈਨੂੰ ਲੱਗਦਾ ਵੀ ਹੋਰ ਵੀ ਨੌਜਵਾਨ ਇਹਨਾਂ ਦੇ ਪਦ ਕਦਮਾਂ ਤੇ ਚੱਲਦੇ ਹੋਏ ਆਪਣੇ ਮਾਪਿਆਂ ਦਾ, ਸਾਡੇ ਜ਼ਿਲ੍ਹੇ ਦਾ, ਪੂਰੇ ਹਿੰਦੁਸਤਾਨ ਦਾ ਮਾਣ ਹੋਰ ਵੀ ਵਧਾਉਣਗੇ। बरसात से मुलाकात यूं ही नहीं होती, धरती को धूप में जलना पड़ता है। शोहरत के शिखर को चढ़ने के लिए घुटनों के बल भी चलना पड़ता है। क्षमा परवाने को जलना सिखाती है, शाम सूरज को ढलना सिखाती है। मुसाफिर को ठोकरों से होती तो है तकलीफ, लेकिन ठोकरें ही मुसाफिर को चलना सिखाती है। चक्की में बने शुद्ध आटे की परंपरा को हमने निखारा है गुणवत्ता और पोषण से। अब हर घर में होगी सेहत और स्वाद जब बनेगी रोटियां KCL ऑर्गेनिक्स घराट आटे के साथ।